ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੋਈ ਜੋਗੀ ਰਾਜ ਪੂਰਨ ਸਮਰੱਥ ਮਹਾਤਮਾ ਹੋਵੇ ਤੇ ਉਹਨਾਂ ਨੇ ਜੋ ਕਰਤੱਵ ਸੰਸਾਰ ਵਿੱਚ ਕੀਤੇ ਹੋਣ, ਜੋ ਘਾਲਣਾ ਸੰਸਾਰ ਵਿੱਚ ਘਾਲੀ ਹੋਵੇ, ਉਸ ਨੂੰ ਪੂਰਨ ਤੌਰ ਤੇ ਬਿਆਨ ਕਰਨਾ, ਇਹ ਤਾਂ ਉਹੀ ਕਰ ਸਕਦਾ ਜਿਸ ਦੀ ਸਿਮਰਨ ਤਪੱਸਿਆ ਬਹੁਤਾ ਹੋਵੇ, ਜਿਸ ਦੇ ਸਿਰ ਉੱਪਰ ਸਤਿਗੁਰਾਂ ਦਾ ਪੂਰਨ ਹੱਥ ਹੋਵੇ। ਕਿਉਂਕਿ ਸੰਸਾਰ ਵਿੱਚ ਇੱਕ ਰਵਾਇਤ ਹੈ ਕਿ ਜਦੋਂ ਕਵੀ ਰਾਜ ਜਾਂ ਲਿਖਾਰੀ ਕਿਸੇ ਦੀ ਪ੍ਰਸ਼ੰਸਾ ਦੇ ਉੱਪਰ ਲਿਖਦੇ ਨੇ ਤਾਂ ਉਹ ਉਸ ਨੂੰ ਬਹੁਤ ਵਧਾ ਚੜ੍ਹਾ ਕੇ ਦਰਸਾਉਂਦੇ ਨੇ, ਬਹੁਤ ਵਧਾ ਚੜ੍ਹਾ ਕੇ ਬਿਆਨ ਕੀਤਾ ਜਾਂਦਾ। ਪਰ ਜਦੋਂ ਗੱਲ ਕਿਸੇ ਮਹਾਤਮਾ ਦੀ ਹੋਵੇ, ਉੱਥੇ ਤਾਂ ਸੱਚ ਨੂੰ ਹੀ ਦਰਸਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕਿਉਂਕਿ ਮਹਾਤਮਾ ਦੇ ਉਸ ਕਰਤੱਵ ਦੇ ਅੰਦਰ ਬ੍ਰਹਮ ਸ਼ਕਤੀ ਹੈ। ਮਹਾਤਮਾ ਦੀ ਉਸ ਰਜਾ ਦੇ ਅੰਦਰ ਬ੍ਰਹਮ ਤਾਕਤ ਹੈ। ਇੱਕ ਐਸੇ ਮਹਾਤਮਾ, ਮਹਾਂਪੁਰਖ, ਬ੍ਰਹਮ ਗਿਆਨੀ ਧੰਨ ਧੰਨ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਹਿਲਰਾਂ ਵਾਲੇ, ਜਿਨ੍ਹਾਂ ਦੇ ਕਰਤੱਵ ਬਿਆਨ ਕਰਨੇ ਮੁਸ਼ਕਲ ਹੀ ਨਹੀਂ, ਨਾਮੁਮਕਿਨ ਹੈ। ਉਹ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ, ਉਹ ਤਾਂ ਧੰਨ ਸਨ, ਪਰ ਜਿੱਧਰ ਦੀ ਲੰਘ ਗਏ ਸਨ ਉੱਧਰ ਵੀ ਇੱਕ ਐਸੇ ਨਾਮ ਦਾ ਬੀਜ ਬੀਜ ਕੇ ਸੰਸਾਰ ਨੂੰ ਧੰਨ ਕਰ ਗਏ ਨੇ। ਸਾਧ ਸੰਗਤ ਜੀ, ਸਤਿਗੁਰਾਂ ਨੇ ਘਰ ਘਰ ਜਾ ਕੇ ਨਾਮ ਦਾ ਖਜ਼ਾਨਾ ਵੰਡਿਆ ਅਤੇ ਸਤਿਗੁਰੂ ਜੀ ਕਿਹਾ ਕਰਦੇ ਸਨ ਕਿ ਅਸੀਂ ਆਪਣਾ ਬੂਟਾ ਲਗਾ ਕੇ ਉਹਦੀ ਛਾਵੇਂ ਬਹਿਣ ਗਿੱਜੇ ਹਾਂ। ਸਾਧ ਸੰਗਤ ਜੀ, ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਜਿੱਧਰ ਦੀ ਲੰਘ ਗਏ ਸੀ, ਅੱਜ ਵੀ ਉੱਥੇ ਨਾਮ ਦੀ ਖੁਸ਼ਬੂ ਮਹਿਕਾ ਮਾਰਦੀ ਹੈ। ਅੱਜ ਵੀ ਉੱਥੇ ਨਾਮ ਦੇ ਸਿਮਰਨ ਦੇ ਫੁੱਲ ਖਿਲਦੇ ਨੇ। ਉਹਨਾਂ ਦੇ ਪਿਆਰੇ ਗੁਰਸਿੱਖਾਂ ਵਿੱਚੋਂ ਇੱਕ ਸਿੱਖ, ਜਿਸ ਦੀ ਧਰਮ ਪਤਨੀ ਨੂੰ ਸ਼ੂਗਰ ਸੀ, ਸ਼ੂਗਰ ਕੰਟਰੋਲ ਤੋਂ ਬਾਹਰ ਹੋ ਗਈ ਤੇ ਡਾਕਟਰ ਜਵਾਬ ਦੇ ਗਏ ਤੇ ਕਹਿਣ ਲੱਗੇ ਕਿ ਹੁਣ ਤੇ ਸੇਵਾ ਹੀ ਹੈ, ਕਰ ਲਓ 2-4 ਦਿਨ। ਪਰ ਸਾਧ ਸੰਗਤ ਜੀ, ਸਤਿਗੁਰੂ ਬਿਆਨ ਕਰਦੇ ਨੇ, ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਵਾਲ ਵਿੰਗਾ ਨਾ ਹੋਵਸੀ ਭਾਵੇਂ ਸਾਰਾ ਜੱਗ ਵੈਰੀ ਹੋਵੇ। ਦੂਜਾ ਹਿੱਸਾ ਇਹ ਆ ਕਿ ਪ੍ਰਭ ਭਾਵੇ ਬਿਨ ਸਾਂਸ ਤੇ ਰਾਖੇ। ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਪ੍ਰਭ ਭਾਵੇ ਤਾਂ ਪਾਥਰ ਤਰਾਵੇ। ਇੱਕ ਛੋਟਾ ਜਿਹਾ ਪੱਥਰ ਤੁਸੀਂ ਪਾਣੀ ਦੇ ਵਿੱਚ ਸੁੱਟ ਦਿਓ, ਉਹ ਡੁੱਬ ਜਾਏਗਾ। ਪਰ ਜਦੋਂ ਸਤਿਗੁਰੂ ਦੀ ਰਜਾ ਹੋ ਜਾਂਦੀ ਹੈ, ਫਿਰ ਵੱਡੇ ਤੋਂ ਵੱਡਾ ਪੱਥਰ ਵੀ ਥੋੜ੍ਹੇ ਜਿਹੇ ਪਾਣੀ ਦੇ ਅੰਦਰ ਤਰਦਾ ਨਜ਼ਰ ਆਉਂਦਾ। ਸਾਧ ਸੰਗਤ ਜੀ, ਉਸ ਸਿੱਖ ਨੇ ਆਪਣੇ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਨੂੰ ਯਾਦ ਕੀਤਾ ਤੇ ਸਤਿਗੁਰੂ ਜੀ ਉਹਨਾਂ ਦੇ ਘਰ ਚਲੇ ਗਏ। ਉਹਨੇ ਜਾ ਕੇ ਜਦੋਂ ਸਤਿਗੁਰੂ ਜੀ ਉਹਨਾਂ ਦੇ ਘਰ ਗਏ, ਉਹਨਾਂ ਨੇ ਨਮਸਕਾਰ ਕੀਤੀ ਤੇ ਸਤਿਗੁਰੂ ਕਹਿੰਦੇ, ਸੁਣਾ ਪੁੱਤਰ ਕੀ ਹਾਲ ਆ। ਜਾਣੀ ਜਾਣ ਸਨ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਹਿਲਰਾਂ ਵਾਲੇ। ਤੇ ਸਾਧ ਸੰਗਤ ਜੀ, ਅੱਗੋਂ ਉਸ ਸਿੱਖ ਨੇ ਆਖਿਆ, ਉਹਨੇ ਆਖਿਆ, ਸਤਿਗੁਰੂ ਜੀ ਮੇਰੀ ਧਰਮ ਪਤਨੀ ਨੂੰ ਸ਼ੂਗਰ ਆ, ਡਾਕਟਰ ਜਵਾਬ ਦੇ ਗਏ ਆ, ਕਿਉਂਕਿ ਸ਼ੂਗਰ ਪਾਣੀ ਬਣ ਗਿਆ ਵਾ। ਉਹ ਕਹਿੰਦੇ ਸੇਵਾ ਹੀ ਆ, 2-4 ਦਿਨ ਕਰ ਲਓ। ਤੇ ਸਤਿਗੁਰੂ ਜੀ, ਬੜੀ ਮੁਸ਼ਕਿਲ ਆ, ਬੜਾ ਕਠਿਨ ਸਮਾਂ ਸਾਡੇ ਉੱਪਰ ਚੱਲ ਰਿਹਾ ਤੇ ਕਿਰਪਾ ਕਰੋ। ਤੇ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਹੱਸ ਕੇ ਕਹਿਣ ਲੱਗੇ, ਕਹਿੰਦੇ ਪੁੱਤਰ ਤੂੰ ਫਿਕਰ ਨਾ ਕਰ, ਇਹ ਕਿਤੇ ਨਹੀਂ ਜਾਂਦੀ। ਤੇ ਅੱਗੋਂ ਉਸ ਗੁਰਸਿੱਖ ਨੇ ਆਖਿਆ, ਪਿਤਾ ਜੀ, ਸਤਿਗੁਰੂ ਜੀ ਇਹ ਤਾਂ ਤੁਸੀਂ ਤਸੱਲੀ ਦੇ ਰਹੇ ਹੋ, ਸਾਨੂੰ ਤੇ ਵੱਡੇ ਤੋਂ ਵੱਡਾ ਡਾਕਟਰ ਵੀ ਜਵਾਬ ਦੇ ਗਏ ਨੇ। ਪਰ ਸਾਧ ਸੰਗਤ ਜੀ,
ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਪੁੱਤਰ ਲਿਆ ਤੈਨੂੰ ਲਿਖ ਕੇ ਦੇ ਦਿੰਦੇ ਆ ਕਿ ਇਹ ਕਿਤੇ ਨਹੀਂ ਜਾਂਦੀ। ਉਸ ਵਕਤ ਇੱਕ ਪੈਨ ਤੇ ਇੱਕ ਕਾਪੀ ਉਸ ਗੁਰਸਿੱਖ ਨੇ ਬੜੇ ਪਿਆਰ ਸਹਿਤ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਨੂੰ ਦਿੱਤਾ। ਤੇ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਨੇ ਅਜੇ ਕੁਛ ਲਿਖਣ ਲੱਗੇ ਸਨ ਤੇ ਪੈਨ ਰੁਕ ਗਿਆ। ਜਿਸ ਵਕਤ ਪੈਨ ਰੁਕ ਗਿਆ ਤੇ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਆਪਣੇ ਡਰਾਈਵਰ ਨੂੰ ਕਹਿਣ ਲੱਗੇ ਕਿ ਪੁੱਤਰ ਜਾ ਗੱਡੀ 'ਚੋਂ ਜਾ ਕੇ ਪੈਨ ਕੱਢ ਕੇ ਲਿਆ, ਜਿਹੜੀ ਭਾਸ਼ਾ ਜੋ ਕੁਝ ਸਾਡੇ ਪੰਨਾਂ ਨੇ ਲਿਖ ਦੇਣਾ ਉਹ ਇਹਨਾਂ ਦੇ ਪੰਨਾਂ ਨੇ ਥੋੜ੍ਹਾ ਲਿਖਣਾ। ਸਾਧ ਸੰਗਤ ਜੀ, ਉਸ ਵਕਤ ਉਹ ਗੁਰਸਿੱਖ ਗੱਡੀ ਦੇ ਕੋਲ ਗਿਆ, ਉੱਥੋਂ ਪੈਨ ਲਿਆ ਕੇ ਤੇ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਨੂੰ ਦਿੱਤਾ। ਤੇ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਨੇ ਛੇਤੀ ਦੇ ਨਾਲ ਅਗਲਾ ਵਰਕਾ ਥੱਲ ਕੇ ਕਾਪੀ ਦਾ ਤੇ ਉਹਦੇ ਉੱਪਰ ਕੁਛ ਲੈਣਾ ਲਿਖ ਦਿੱਤੀਆਂ ਤੇ ਥੱਲੇ ਪੰਜਾਬੀ ਵਿੱਚ ਆਪਣੇ ਦਸਤਖਤ ਕਰ ਦਿੱਤੇ। ਸਾਧ ਸੰਗਤ ਜੀ, ਤੇ ਉਹ ਵਰਕਾ ਉਸ ਗੁਰਸਿੱਖ ਨੂੰ ਫੜਾ ਦਿੱਤਾ ਤੇ ਕਹਿਣ ਲੱਗੇ, ਕਹਿੰਦੇ ਲੈ ਗੁਰਸਿੱਖਾ, ਅੱਗੇ ਤਾਂ ਤੈਨੂੰ ਮੂੰਹ ਜ਼ੁਬਾਨੀ ਆਖਿਆ ਸੀ ਨਾ ਕਿ ਇਹ ਕਿਤੇ ਨਹੀਂ ਜਾਂਦੀ, ਆਲਾ ਹੁਣ ਪੱਕੀ ਮੋਹਰ ਲਾ ਦਿੱਤੀ। ਤੇ ਉਸ ਗੁਰਸਿੱਖ ਨੇ ਜਦੋਂ ਉਸ ਵਰਕੇ ਵੱਲ ਵੇਖਿਆ ਤੇ ਉਹਦੇ ਉੱਪਰ ਕੁਝ ਅੱਖਰ ਸਨ, ਥੱਲੇ ਪੰਜਾਬੀ ਦੇ ਵਿੱਚ ਦਸਤਖਤ ਕੀਤੇ ਸਨ। ਤੇ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਪੁੱਤਰਾ ਇਹਨੂੰ ਸਾਂਭ ਕੇ ਰੱਖ ਲਾ। ਅੱਗੋਂ ਉਸ ਗੁਰਸਿੱਖ ਨੇ ਆਖਿਆ, ਮਹਾਰਾਜ ਜੀ ਇਹ ਤੁਸੀਂ ਕੀ ਲਿਖਿਆ ਹੈ? ਤੇ ਸਤਿਗੁਰੂ ਜੀ ਕਹਿੰਦੇ ਪੁੱਤਰ ਤੂੰ ਇਹਨੂੰ ਸਾਂਭ ਕੇ ਰੱਖ ਲਾ, ਇੱਕ ਸਮਾਂ ਆਏਗਾ ਤੈਨੂੰ ਆਪੇ ਪਤਾ ਲੱਗ ਜਾਊਗਾ। ਸਾਧ ਸੰਗਤ ਜੀ, ਉਸ ਵਕਤ ਉਸ ਗੁਰਸਿੱਖ ਨੇ ਉਹਨਾਂ ਵਰਕਿਆਂ ਨੂੰ ਸਾਂਭ ਕੇ ਰੱਖ ਲਿਆ। ਸਮਾਂ ਬੀਤਦਾ ਗਿਆ, ਬਿਨਾਂ ਦਵਾਈ ਤੋਂ ਬਿਨਾਂ ਡਾਕਟਰੀ ਇਲਾਜ ਤੋਂ ਉਹਨਾਂ ਦੀ ਧਰਮ ਪਤਨੀ ਬਿਲਕੁਲ ਤੰਦਰੁਸਤ ਹੋ ਗਈ। ਐਸੀ ਸਤਿਗੁਰਾਂ ਦੀ ਕਿਰਪਾ ਹੋ ਗਈ, ਐਸੀ ਸਤਿਗੁਰਾਂ ਦੀ ਰਜਾ ਹੋ ਗਈ। ਸਾਧ ਸੰਗਤ ਜੀ, ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਿਆਨ ਕਰਦੇ ਨੇ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਇਸ ਲੈਵਲ ਦੇ, ਇਸ ਬਿਰਤੀ ਦੇ ਮਾਲਕ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਹਿਲਰਾਂ ਵਾਲੇ। ਸਾਧ ਸੰਗਤ ਜੀ, ਹੁਣ ਸਮਾਂ ਕਾਫੀ ਬੀਤ ਗਿਆ ਤੇ ਸਾਧ ਸੰਗਤ ਜੀ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਸੱਚਖੰਡ ਚਲੇ ਗਏ। ਇਹ ਬੇਨਤੀ ਬਹੁਤ ਸ਼ਾਰਟਕਟ ਕਰ ਰਹੇ ਹਾਂ ਤਾਂ ਕਿ ਸਮੇਂ ਦੇ ਅੰਦਰ ਸੰਪੂਰਨ ਹੋ ਜਾਵੇ। ਤੇ ਸਾਧ ਸੰਗਤ ਜੀ, ਅੱਜ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਵੀਡੀਓ ਦੇ ਉੱਪਰ, ਆ ਪਹਿਲਾ ਪੰਨਾ ਉਹ ਵਾ ਲਾਈਨਾਂ ਵਾਲਾ ਜਿਹਦੇ ਉੱਪਰ ਪੈਨ ਰੁਕ ਗਿਆ ਸੀ, ਤੇ ਦੂਜਾ ਪੰਨਾ ਉਹ ਵਾ ਜਿਹਦੇ ਉੱਪਰ ਜਿਹੜਾ ਪ੍ਰੋਪਰ ਸਤਿਗੁਰਾਂ ਨੇ ਦਸਤਖਤ ਕਰਕੇ ਗੁਰਸਿੱਖ ਨੂੰ ਦਿੱਤਾ ਸੀ। ਹੁਣ ਸਾਧ ਸੰਗਤ, ਜਦੋਂ ਸਤਿਗੁਰੂ ਸ਼੍ਰੀ ਮਾਨ ਸੰਤ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਸਰੀਰ ਕਰਕੇ ਸੱਚਖੰਡ ਚਲੇ ਗਏ ਤੇ ਉਸ ਵਕਤ ਜਦੋਂ ਸੰਸਕਾਰ ਕੀਤਾ ਗਿਆ, ਜਦੋਂ ਫੁੱਲ ਚੁੱਕੇ ਗਏ ਤੇ ਇੱਕ ਜਿਹੜਾ ਮਸਤਕ ਦਾ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਜਿਹੜਾ ਮਸਤਕ ਦਾ ਇਹਦੇ ਉੱਪਰ ਕੁਝ ਲਿਖਿਆ ਸੀ। ਕੁਦਰਤੀ ਉਹ ਗੁਰਸਿੱਖ ਵੀ ਉਸੇ ਦਿਨ ਹੀ ਉਹ ਪੰਨਾ ਲੈ ਕੇ ਆਇਆ ਸੀ। ਕੁਦਰਤੀ ਜਦੋਂ ਉਸ ਗੁਰਸਿੱਖ ਦਾ ਖਿਆਲ ਸਤਿਗੁਰਾਂ ਦੇ ਮਸਤਕ ਦੇ ਉਹ ਜਿਹੜਾ ਹੁੰਦਾ ਵਾ ਉਹਦੇ ਵੱਲ ਪਿਆ, ਉਹਦੇ ਉੱਤੇ ਕੁਝ ਲਿਖਿਆ ਸੀ। ਜਦੋਂ ਉਹਨੇ ਉਹ ਚੀਜ਼ ਵੇਖੀ ਤੇ ਉਹਨੇ ਉਸੇ ਵਕਤ ਉਹ ਪੰਨਾ ਕੱਢਿਆ ਜਿਹੜਾ ਸਤਿਗੁਰਾਂ ਨੇ ਕਾਫੀ ਸਮਾਂ ਪਹਿਲਾਂ ਲਿਖ ਕੇ ਦਿੱਤਾ ਸੀ ਉਸ ਗੁਰਸਿੱਖ ਨੂੰ। ਜਦੋਂ ਉਹਨੇ ਪੰਨਾ ਕੱਢ ਕੇ ਤੇ ਜੇ ਤੁਸੀਂ ਦਰਸ਼ਨ ਵੀ ਕਰ ਰਹੇ ਹੋ ਸਾਧ ਸੰਗਤ ਜੀ, ਉਹਦੇ ਉੱਪਰ ਜਿਹੜੇ ਅੱਖਰ ਲਿਖੇ ਸਨ ਉਹ ਅੱਖਰ ਪੂਰਨ ਤੌਰ ਤੇ ਉਹ ਤੇ ਨਹੀਂ ਸਨ, ਪਰ ਭਾਸ਼ਾ ਉਹੀ ਸੀ। ਕਹਿਣ ਤੋਂ ਭਾਵ ਇਹ ਆ ਕਿ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਵੇਦ ਮਾਤਾ ਦੀ ਲੈਂਗੁਏਜ ਵੀ ਜਾਣਦੇ ਸਨ, ਕਿਉਂਕਿ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਹੜਾ ਵਿਸ਼ਨੂੰ ਆ ਇਹ ਬੰਦੇ ਦੇ ਪੁਤਲੇ ਕੱਢਦਾ ਵਾ, ਜਿਹੜਾ ਬ੍ਰਹਮਾ ਵਾ ਇਹ ਬੰਦੇ ਨੂੰ ਰੋਟੀ ਦਿੰਦਾ ਵਾ,
ਤੇ ਜਿਹੜਾ ਸ਼ਿਵ ਜੀ ਆ ਇਹ ਬੰਦੇ ਨੂੰ ਮਾਰ ਕੇ ਖੜਦਾ ਵਾ, ਤੇ ਜਿਹੜੀ ਵਿਧ ਮਾਤਾ ਆ ਇਹ ਬੰਦੇ ਦੇ ਮਸਤਕ ਲਿਖਦੀ ਆ। ਇਹ ਕਰਮ ਬਣਾਉਂਦੀ, ਕਰਮ ਲਿਖਦੀ ਬੰਦੇ ਦੀ। ਕਹਿਣ ਤੋਂ ਭਾਵ ਇਹ ਆ ਕਿ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਨੇ ਵਿਧ ਮਾਤਾ ਦੀ ਲੈਂਗੁਏਜ ਇੱਕ ਪੰਨੇ ਤੇ ਲਿਖ ਦਿੱਤੀ। ਇਹ ਕੋਈ ਛੋਟੀ ਗੱਲ ਨਹੀਂ, ਇਹ ਕੋਈ ਆਮ ਗੱਲ ਨਹੀਂ। ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੇ ਸਾਧੂ, ਪਹਿਲੀ ਗੱਲ ਤੇ ਇਹ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਨੂੰ ਹੀ ਕਿਤੇ ਵੱਡੇ ਭਾਗ ਹੋਣ ਤੇ ਤਾਂ ਨਸੀਬ ਹੁੰਦੀਆਂ। ਦੂਜੀ ਗੱਲ ਇਹ ਆ ਕਿ ਇਹਨਾਂ ਉੱਪਰ ਯਕੀਨ ਕਰਨਾ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਹੋਈਆਂ ਵੀ ਹੋਣਗੀਆਂ, ਇਹਨਾਂ ਉੱਪਰ ਯਕੀਨ ਕਰਨਾ ਫਿਰ ਇਸ ਤੋਂ ਵੀ ਵੱਡੀ ਗੱਲ ਹੈ। ਤੇ ਫਿਰ ਬਹੁਤ ਜ਼ਿਆਦਾ ਵੱਡੀ ਗੱਲ ਇਹ ਆ ਕਿ ਇਸ ਤਰ੍ਹਾਂ ਦੇ ਸਾਧੂ ਦੇ ਦਰਸ਼ਨ ਕਰਨੇ, ਇਸ ਤਰ੍ਹਾਂ ਦੇ ਸਾਧੂ ਦੇ ਨਾਲ ਰਹਿਣਾ। ਇਹ ਤੇ ਛਿਨ ਮਾਤਰ ਕਿਤੇ ਘੜੀ ਵੀ ਇੱਕ ਮਿਲ ਜਾਵੇ ਇਸ ਤਰ੍ਹਾਂ ਦੇ ਸਾਧੂ ਦੇ ਦਰਸ਼ਨ ਕਰਨ ਦੀ, ਤੇ ਉਹ ਵੀ ਜੁਗਾਂ ਜਗੰਤਰਾਂ ਦੇ ਕਈ ਕਰੋੜਾਂ ਜਨਮਾਂ ਦੇ ਜਿਹੜੇ ਸਾਡੇ ਕੁਕਰਮ ਆ, ਜਿਹੜੇ ਸਾਡੇ ਮਾੜੇ ਕਰਮਾਂ ਨੂੰ ਦੂਰ ਕਰ ਜਾਂਦੀ ਆ ਤੇ ਖੁਸ਼ੀਆਂ ਤੇ ਰੌਣਕਾਂ ਲੈ ਆਉਂਦੀ ਆ। ਇਹ ਜੀਵਨ ਦਾ ਕਲਿਆਣ ਕਰ ਜਾਂਦੀ ਆ। ਸਾਧ ਸੰਗਤ ਜੀ, ਇੱਕ ਕਵੀ ਲਿਖਦਾ ਹੈ, ਬੜੀ ਪੁਰਾਣੀ ਬੜੀ ਪਿਆਰੀ ਕਵਿਤਾ ਹੈ। ਉਹ ਕੀ ਕਹਿੰਦਾ? ਉਹ ਕਹਿੰਦਾ 20ਵੀਂ ਸਦੀ 'ਚ ਹੋਏ ਦੋ ਸੂਰਮੇ ਭਾਰੀ ਜੀ। 20ਵੀਂ ਸਦੀ 'ਚ ਹੋਏ ਦੋ ਸੂਰਮੇ ਭਾਰੀ ਜੀ, ਇੱਕ ਸਤਿਗੁਰੂ ਮਨਜੀਤ ਸਿੰਘ ਜੀ ਹਿਲਰਾਂ ਵਾਲੇ ਤੇ ਇੱਕ ਸਤਿਗੁਰੂ ਜਗਜੀਤ ਸਿੰਘ ਮੁਰਾਰੀ ਜੀ। 20ਵੀਂ ਸਦੀ 'ਚ ਹੋਏ ਦੋ ਸੂਰਮੇ ਭਾਰੀ ਜੀ।